90% ਜਿਹੜਾ ਵਿਦੇਸ਼ਾਂ ਵਿੱਚ ਜਿਹੜਾ ਵਿਦਿਆਰਥੀ ਜਾ ਰਿਹਾ ਹੈ ਉਹ ਨੌਨ ਸਕਿਲਡ ਜਿਹੜਾ ਜਾ ਰਿਹਾ ਹੈ, ਉੱਥੇ ਜਾ ਕੇ ਉਹਨੂੰ ਜਿਹੋ ਜਿਹਾ ਫਿਰ ਕੰਮ ਮਿਲਦਾ ਪੜ੍ਹਨ ਤੋਂ ਬਾਅਦ ਉਹ ਜਿਹੜਾ ਹੈਗਾ ਕਰ ਲੈਂਦਾ। ਨਾਓ ਪੰਜਾਬ ਇਜ਼ ਬਿਕਮਿੰਗ ਐਨ ਇੰਟਰਨੈਸ਼ਨਲ ਲੇਬਰ ਮਾਰਕੀਟ। ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਲੇਬਰ ਲਾਜ਼ ਨੇ, ਇੱਕ ਤੇ ਉਹ ਚੰਗੀ ਤਰ੍ਹਾਂ ਲਾਗੂ ਵੀ ਹੁੰਦੇ ਨੇ ਤੇ ਜਿਹੜੇ ਉੱਥੇ ਲੇਬਰ ਕਰਦੇ ਨੇ ਉਹਨੂੰ ਚੰਗੀ ਪੇ ਮਿਲਦੀ ਹੈ। ਕਿ ਸਾਡੇ ਦੇਸ਼ ਵਿੱਚ ਨਹੀਂ ਸਰਕਾਰ ਕਰ ਸਕਦੀ ਕਿ ਜਿਹੜੇ ਲੇਬਰ ਜੌਬਸ ਕਰ ਰਹੇ ਨੇ ਉਹਨਾਂ ਨੂੰ ਚੰਗਾ ਪੈਸਾ ਮਿਲੇ। ਜਿਹੜਾ ਪਿਛਲਾ ਸਾਲ ਨਿਕਲਿਆ ਉਸ ਦੇ ਵਿੱਚ ਜਿਹੜੀ ਹੈਗੀ ਆ ਤਕਰੀਬਨ ਇੰਡੀਆ ਦੇ ਵਿੱਚੋਂ 6.5 ਲੱਖ ਜਿਹੜੇ ਵਿਦਿਆਰਥੀ ਨੇ ਉਹ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਪੜ੍ਹਨ ਲਈ ਗਏ। ਹੁਣ ਅਸੀਂ ਗੁਲਾਮ ਬਣਨ ਦੇ ਲਈ ਪੈਸੇ ਵੀ ਦਿੰਦੇ ਆ, ਪੜ੍ਹਨ ਲਈ ਜਾਂਦੇ ਆ, ਉੱਥੇ ਸੈੱਟ ਹੁੰਦੇ ਆ ਤੇ ਫਿਰ ਉੱਥੇ ਜਾ ਕੇ ਅਸੀਂ ਸੈੱਟ ਹੋ ਕੇ ਉਹਨਾਂ ਦੇ ਨਿਯਮਾਂ ਦੇ ਵਿੱਚ ਬੰਨ੍ਹ ਕੇ ਆਪਣਾ ਜੀਵਨ ਨਿਰਵਾਹ ਕਰਦੇ ਆ। ਤੁਸੀਂ NRI ਜਿਹੜੀ ਸਾਡੀ ਕਮਿਊਨਿਟੀ ਆ ਉਹਨਾਂ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ? ਸਤਿ ਸ਼੍ਰੀ ਅਕਾਲ ਜੀ। ਮਾਤਾ ਗੁਜਰੀ ਕਾਲਜ ਦਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲਰਾਜ ਸਿੰਘ ਸਵਾਗਤ ਕਰਦਾ ਹਾਂ। ਅੱਜ ਜਿਸ ਵਿਸ਼ੇ 'ਤੇ ਚਰਚਾ ਕਰਨ ਲਈ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ ਉਹ ਵਿਸ਼ਾ ਹੈ ਬ੍ਰੇਨ ਡਰੇਨ। ਬ੍ਰੇਨ ਡਰੇਨ ਮਤਲਬ ਵਿਦੇਸ਼ ਜਾਣ ਦਾ ਰੁਝਾਨ। ਸਾਡੇ ਰੰਗਲੇ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਪੰਜਾਬੀ ਦਿਨ ਪ੍ਰਤੀ ਦਿਨ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਪਹਿਲਾਂ ਆਪਾਂ ਆਜ਼ਾਦੀ ਲੈਣ ਵਾਸਤੇ ਇੰਨਾ ਲੰਬਾ ਸੰਘਰਸ਼ ਕੀਤਾ, ਇੰਨੇ ਬਲੀਦਾਨ ਦਿੱਤੇ, ਉਹਨਾਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਵਾਸਤੇ ਇੰਨਾ ਲੰਬਾ ਸਮਾਂ ਅਸੀਂ ਸੰਘਰਸ਼ ਕੀਤਾ। ਪਰ ਅੱਜ ਅਸੀਂ ਉਹਨਾਂ ਦੇ ਦੇਸ਼ ਵਿੱਚ ਜਾ ਕੇ ਉਹਨਾਂ ਦੇ ਕੋਲ ਕੰਮ ਕਰ ਰਹੇ ਹਾਂ। ਇਸ ਦੇ ਕੀ ਕਾਰਨ ਹਨ? ਕਿਉਂ ਸਾਡੇ ਪੰਜਾਬੀ ਆਪਣਾ ਰੰਗਲਾ ਪੰਜਾਬ ਛੱਡ ਰਹੇ ਹਨ? ਇਸ 'ਤੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਡਾਕਟਰ ਸਤਨਾਮ ਸਿੰਘ ਸਰ। ਤੁਹਾਡਾ ਸਾਡੇ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ। ਮੇਰਾ ਪਹਿਲਾ ਸਵਾਲ ਇਹ ਹੈ ਕਿ ਸਾਡੇ ਜੋ ਨੌਜਵਾਨ ਨੇ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ ਨੂੰ ਕਿਉਂ ਜਾ ਰਹੇ ਨੇ? ਬਹੁਤ ਹੀ ਵਧੀਆ ਜੋ ਵਿਸ਼ਾ ਅੱਜ ਤੁਸੀਂ ਇਸ ਚਰਚਾ ਦਾ ਚੁਣਿਆ ਹੈ। ਮੈਂ ਇਸ ਦੇ ਕਈ ਤਰ੍ਹਾਂ ਦੇ ਨਵੇਂ ਜਿਹੜੇ ਪਰਸਪੈਕਟ ਹਨ ਉਸ ਤੋਂ ਇਸ ਨੂੰ ਦੇਖ ਰਿਹਾ ਹਾਂ। ਇੱਕ ਤਾਂ ਦੇਖੋ, ਵਿਦੇਸ਼ਾਂ ਦੇ ਵਿੱਚ ਜਾਣ ਦਾ ਜਿਹੜਾ ਰੁਝਾਨ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕੋਈ ਨਵਾਂ ਨਹੀਂ ਹੈ। ਵਿਦੇਸ਼ਾਂ ਵਿੱਚ ਅੱਜ ਤੋਂ ਪਹਿਲਾਂ ਵੀ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਸੀਗੇ ਉਹ ਤੇ ਹਿੰਦੁਸਤਾਨ ਤੋਂ ਦੂਜੇ ਜਿਹੜੇ ਸੂਬੇ ਨੇ ਉਹਨਾਂ ਤੋਂ ਵੀ ਲੋਕ ਜਿਹੜੇ ਸੀ ਉਹ ਵਿਦੇਸ਼ਾਂ ਵਿੱਚ ਜਾਂਦੇ ਸਨ। ਪਰ ਉਸ ਵਕਤ ਪੁਰਾਣੇ ਟਾਈਮ 'ਚ ਥੋੜ੍ਹਾ ਅੱਜ ਤੋਂ 20-30 ਸਾਲ ਪਿੱਛੇ ਦਾ ਜਿਹੜਾ ਵਕਤ ਸੀਗਾ, ਉਸ ਟਾਈਮ 'ਚ ਜੋ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਸੀਗਾ ਅਤੇ ਜੋ ਹੁਣ ਵਿਦੇਸ਼ਾਂ ਵਿੱਚ ਜਾ ਰਹੇ ਆ ਉਹਦੇ ਜਿਹੜੇ ਸਰੂਪ ਹੈ, ਉਹਦੇ ਕਾਰਨ ਨੇ ਜਿਹੜੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਬੜੀ ਵੱਡੀ ਜਿਹੜੀ ਵਿਆਪਕ ਤਬਦੀਲੀ ਜਿਹਦੇ ਨਤੀਜੇ ਦੂਰਗਾਮੀ ਬੜੇ ਪ੍ਰਭਾਵਿਤ ਕਰਨ ਵਾਲੇ ਹੋਣਗੇ ਉਹ ਆ ਰਹੀ ਹੈ। ਅਤੇ ਕੀ ਹੈ ਕਿ ਪਹਿਲਾਂ ਜਦੋਂ ਸਾਡੇ ਪੰਜਾਬੀ ਲੋਕ ਖਾਸ ਤੌਰ 'ਤੇ ਜੇ ਮੈਂ ਗੱਲ ਕਰਾਂ ਪੰਜਾਬ ਦੀ, ਜਿਵੇਂ ਤੁਸੀਂ ਮੁੱਦਾ ਉਠਾਇਆ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਹਨ ਉਹ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਮੇਨ ਮਕਸਦ ਉਹਨਾਂ ਦਾ ਹੀ ਹੁੰਦਾ ਹੈ ਕਿ ਪੜ੍ਹਾਈ ਬਹਾਨੇ ਵਿਦੇਸ਼ ਦੇ ਵਿੱਚ ਜਾਣਾ। ਖਾਸ ਤੌਰ 'ਤੇ ਜਿਹੜੇ ਮੁਲਕ ਨੇ ਹੁਣ ਜਿਨ੍ਹਾਂ ਦੇ ਵਿੱਚ ਸਾਡਾ ਜਿਹੜਾ ਨੌਜਵਾਨ ਹੈ ਉਹ ਜਾ ਰਿਹਾ ਹੈ, ਉਹਨਾਂ ਦੇ ਵਿੱਚ ਕੈਨੇਡਾ ਹੈ, ਉਸ ਦੇ ਵਿੱਚ ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ ਔਰ ਯੂਨਾਈਟਿਡ ਕਿੰਗਡਮ ਹੈ, UK ਹੈ। ਇਹ ਖਾਸ ਤੌਰ 'ਤੇ ਜਿਹੜੀ ਪ੍ਰੈਫਰੈਂਸ ਹੈ ਇਹ ਦਿੱਤੀ ਜਾਂਦੀ ਹੈ ਸਾਡੇ ਅੱਜ ਦਾ ਜਿਹੜਾ ਯੂਥ ਹੈ ਪੰਜਾਬ ਦਾ ਉਸ ਦੇ ਵੱਲੋਂ। ਇਸ ਤੋਂ ਪਹਿਲਾਂ ਜਿਹੜੇ ਸੀਗੇ, ਜੇ ਆਪਾਂ 80 ਦੇ ਦਹਾਕਿਆਂ 'ਚ ਗੱਲ ਕਰੀਏ ਤਾਂ ਉਸ ਵਕਤ ਦੇ ਜਿਹੜੇ ਲੋਕ ਜਾਂਦੇ ਸੀ ਜਾਂ ਪਹਿਲਾਂ ਜਿਹੜੇ ਅੱਜ ਕੱਲ੍ਹ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਉਹ ਉੱਥੋਂ ਦੇ ਵੈਲ ਸੈਟਲਡ ਲੋਕ ਨੇ, ਬਹੁਤ ਪੁਰਾਣੇ ਗਏ ਹੋਏ, ਉਹ ਜਿਹੜੇ ਜਾਂਦੇ ਸੀਗੇ ਉਸ ਵਕਤ ਜਿਸ ਤਰ੍ਹਾਂ ਆਪਣੀ ਜਿਹੜੀ ਆਮਦਨ ਸੀਗੀ ਉਸ ਨੂੰ ਵਧਾਉਣ ਦੇ ਲਈ, ਕਿਉਂਕਿ ਘਰ ਦੇ ਵਿੱਚ ਜੇ ਨੌਜਵਾਨ ਵਿਅਕਤੀ ਜਿਹੜੇ ਸੀਗੇ ਇੱਕ ਪਰਿਵਾਰ ਦੇ ਵਿੱਚ ਉਹ 3 ਜਾਂ 4 ਹੁੰਦੇ ਸੀ, ਉਹਨਾਂ ਦੇ ਵਿੱਚੋਂ 1 ਜਾਂ 2 ਬੇਟਿਆਂ ਨੂੰ
ਜਿਹੜਾ ਹੈਗਾ ਉਹ ਵਿਦੇਸ਼ ਦੇ ਵਿੱਚ ਖਾਸ ਤੌਰ 'ਤੇ ਉਸ ਟਾਈਮ ਦੇ ਵਿੱਚ ਜਿਹੜੇ ਵਿਦੇਸ਼ ਦੇ ਵਿੱਚ ਜਾਂਦੇ ਸੀਗੇ ਉਹ US ਦੇ ਵਿੱਚ ਔਰ ਜਰਮਨੀ ਦੇ ਵਿੱਚ, ਇਟਲੀ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਸੀਗੇ ਜਾਣਾ ਪ੍ਰੈਫਰ ਕਰਦੇ ਸੀਗੇ, ਕੈਨੇਡਾ ਦੇ ਵਿੱਚ ਵੀ ਲਾਈਏ ਤਾਂ ਇਹ 30 ਸਾਲ ਪਹਿਲਾਂ ਇਹੋ ਜਿਹਾ ਰੁਝਾਨ ਸੀ ਕਿ ਲੋਕ ਜਾਂਦੇ ਸੀ ਉੱਥੇ। ਖਾਸ ਤੌਰ 'ਤੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚ ਇਹ ਰੁਝਾਨ ਬਹੁਤ ਜ਼ਿਆਦਾ ਨਹੀਂ ਸੀਗਾ। ਇਹਦੇ ਵਿੱਚ ਖਾਸ ਤੌਰ 'ਤੇ ਦੁਆਬੇ ਦਾ ਕੁਛ ਜਿਹੜਾ ਏਰੀਆ ਹੈ ਉਹ ਵੱਡੇ ਪੱਧਰ 'ਤੇ ਬਹੁਤ ਸਮਾਂ ਪਹਿਲਾਂ ਜਿਹੜਾ ਹੈ ਮਾਈਗ੍ਰੇਟ ਕਰਕੇ ਵਿਦੇਸ਼ਾਂ ਵੱਲ ਚਲਾ ਗਿਆ। ਅਤੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਦੁਆਬੇ ਦੇ ਵਿੱਚ ਕਾਫੀ ਸਾਰਾ ਜਿਹੜਾ ਏਰੀਆ ਹੈ ਉਹਨਾਂ ਦੇ ਜਿਹੜੇ ਘਰ ਨੇ ਉਹ ਬਿਲਕੁਲ ਖਾਲੀ ਪਏ ਨੇ, ਉਹ ਵੈਲ ਸੈਟਲਡ ਨੇ, ਉੱਥੇ ਨਹੀਂ ਆਉਂਦੇ ਦੁਬਾਰੇ। ਅਤੇ ਉਸ ਤਰ੍ਹਾਂ ਦਾ ਹੀ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਵੇਂ ਹੀ ਪਈਆਂ ਨੇ। ਉਹ ਰੁਜ਼ਗਾਰ ਦੀ ਭਾਲ ਦੇ ਵਿੱਚ ਗਈ ਸੀ ਅਤੇ ਉਹਨਾਂ ਉੱਥੋਂ ਜਿਹੜੀ ਕਮਾਈ ਕੀਤੀ ਅਤੇ ਉੱਥੋਂ ਕਮਾਈ ਕਰਨ ਤੋਂ ਬਾਅਦ ਉੱਥੇ ਸੈਟਲ ਹੋਏ ਅਤੇ ਇੱਥੇ ਜਿਹੜਾ ਪੈਸਾ ਉੱਥੋਂ ਦਾ ਜਿਹੜਾ ਸੀਗਾ ਉਹ ਇੱਥੇ ਆਇਆ ਅਤੇ ਉਸ ਵਕਤ ਕਮਾਈ ਕਰਨ ਜਾਂਦੇ ਸੀ। ਅਤੇ ਉਸ ਤੋਂ ਬਾਅਦ ਜਿਹੜੇ ਜ਼ਿਆਦਾਤਰ ਲੋਕ ਸੀਗੇ ਉਹਨਾਂ ਦੇ ਵਿੱਚੋਂ ਉਹ ਵਾਪਸ ਪੰਜਾਬ ਆ ਗਏ, ਵਾਪਸ ਆਪਣੇ ਘਰ ਆ ਗਏ। ਕੁਝ ਪ੍ਰਤੀਸ਼ਤ ਜਿਹੜੇ ਲੋਕ ਸੀਗੇ ਉਹ ਉਹਨਾਂ ਮੁਲਕਾਂ ਦੇ ਵਿੱਚ ਪੱਕੇ ਤੌਰ 'ਤੇ ਵਸ ਗਏ। ਜਿਵੇਂ ਹੁਣ ਦੇਖਣ ਵਿੱਚ ਆ ਰਿਹਾ ਕਿ ਸਾਡੀਆਂ ਵਿਦਿਅਕ ਸੰਸਥਾਵਾਂ ਅੰਦਰ ਬਹੁਤੇ ਜਿਹੜੇ ਵਿਦਿਆਰਥੀ ਨੇ ਹੁਣ ਬਾਹਰਲੇ ਸੂਬਿਆਂ ਦੇ ਜਿਹੜੇ ਨੇ ਉਹ ਵੱਧ ਰਹੇ ਨੇ, ਇਸ ਕਰਕੇ ਕਿਤੇ ਨਾ ਕਿਤੇ ਇੱਕ ਵੈਕਿਊਮ ਜਿਹੜਾ ਕ੍ਰੀਏਟ ਹੋ ਰਿਹਾ ਕਿ ਆਪਾਂ ਆਪਣਾ ਸੂਬਾ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਾਂ ਅਤੇ ਉਹਦੇ ਨਾਲ ਕਿਤੇ ਨਾ ਕਿਤੇ ਡਿਸਟਰਬੈਂਸ ਦਾ ਵੀ ਕੁਛ ਕੇਸਿਸ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ। ਮਤਲਬ ਮੇਨ ਸਵਾਲ ਇਹ ਹੈ ਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਕਿਤੇ ਨਾ ਕਿਤੇ ਪੰਜਾਬ ਨੂੰ ਹੋਰ ਕਾਫੀ ਚੀਜ਼ਾਂ ਹੰਢਾਉਣੀਆਂ ਪੈ ਸਕਦੀਆਂ ਨੇ, ਕਿ ਸਰਕਾਰ ਇਹ ਚੀਜ਼ ਨੂੰ ਰੋਕਣ ਵਾਸਤੇ ਇਹਦਾ ਸਮੱਸਿਆ ਦਾ ਹੱਲ ਕਰਨ ਵਾਸਤੇ ਕੁਛ ਕਰ ਰਹੀ ਹੈ? ਹਾਂ ਦੇਖੋ, ਇਸ ਨੂੰ ਸਾਰੀ ਚੀਜ਼ ਨੂੰ ਸਮਝਣ ਦੇ ਲਈ ਥੋੜ੍ਹੀ ਜਿਹੀ ਮੈਂ ਇਸ 'ਤੇ ਜਿਹੜੀ ਹੈਗੀ ਆ ਐਡ ਔਨ ਕਰ ਦੇਵਾਂ ਗੱਲ ਜਿਹੜੀ ਤੁਸੀਂ ਸਵਾਲ ਪੁੱਛਿਆ ਹੈ। ਹੁਣ ਦੇਖੋ, ਜਿਹੜਾ ਮੈਂ ਕਿਹਾ ਵੀ ਪਹਿਲਾਂ ਜਿਹੜੇ ਜਾਂਦੇ ਸੀਗੇ ਲੋਕ ਉਹ ਕਮਾਈ ਕਰਨ ਦੇ ਲਈ ਜਾਂਦੇ ਸੀ। ਜਿਹੜਾ ਹੁਣ ਖਾਸ ਤੌਰ 'ਤੇ 2010 ਤੋਂ ਬਾਅਦ ਦਾ ਜਿਹੜਾ ਟਰੈਂਡ ਚੱਲਿਆ ਹੈ ਖਾਸ ਤੌਰ 'ਤੇ ਉਹ ਵਿਦੇਸ਼ਾਂ ਵਿੱਚ ਪੜ੍ਹਨ ਦੇ ਬਹਾਨੇ ਜਾ ਕੇ ਉੱਥੇ ਸੈਟਲ ਹੋਣ ਦਾ ਹੈ। ਤੁਸੀਂ ਜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜਿਹੜੀ ਹੈਗੀ ਉਸ ਦਾ ਡਾਟਾ ਦੇਖੋ 2022 ਦੇ ਵਿੱਚ ਜਿਹੜਾ ਹੈ ਸਾਲ ਦੇ ਵਿੱਚ ਜਿਹੜਾ ਪਿਛਲਾ ਸਾਲ ਨਿਕਲਿਆ ਹੈ ਉਸ ਦੇ ਵਿੱਚ ਜਿਹੜੀ ਹੈਗੀ ਆ ਤਕਰੀਬਨ ਇੰਡੀਆ ਦੇ ਵਿੱਚੋਂ 6.5 ਲੱਖ ਜਿਹੜੇ ਵਿਦਿਆਰਥੀ ਨੇ ਉਹ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਪੜ੍ਹਨ ਲਈ ਗਏ ਔਰ ਉਸ 6.5 ਲੱਖ ਵਿਦਿਆਰਥੀਆਂ ਦੇ ਵਿੱਚੋਂ ਜਿਹੜੀ 50% ਦਾ ਪੋਰਸ਼ਨ ਜਿਹੜਾ ਹੈਗਾ ਉਹ ਸਾਡਾ ਇਕੱਲੇ ਪੰਜਾਬ ਤੋਂ ਹੈ। ਮਤਲਬ ਕੀ ਹੈ ਕਿ ਕਿਉਂ ਜਾ ਰਹੇ ਨੇ, ਉਹਨਾਂ ਦੇ ਪਿੱਛੇ ਬਹੁਤ ਸਾਰੇ ਫੈਕਟਰ ਨੇ। ਜਿਵੇਂ ਤੁਸੀਂ ਸਰਕਾਰ ਦੀ ਗੱਲ ਕਹੀ ਹੈ, ਬੇਰੁਜ਼ਗਾਰੀ ਵੀ ਇੱਕ ਫੈਕਟਰ ਹੈ ਬਹੁਤ ਵੱਡਾ ਜਿਹੜਾ ਹੈ। ਉਹਨਾਂ ਨੂੰ ਲੱਗਦਾ ਹੈ ਸਿਸਟਮ ਤੋਂ ਪੂਰੀ ਤਰ੍ਹਾਂ ਉਹ ਜਿਹੜਾ ਹੈਗਾ ਉਹ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਹੈਗਾ ਵਿਦੇਸ਼ਾਂ ਦਾ ਸਿਸਟਮ ਜ਼ਿਆਦਾ ਵਧੀਆ ਹੈ, ਸਾਡੀ ਇੱਥੇ ਸਿਕਿਉਰਿਟੀ ਨਹੀਂ ਹੈ, ਉੱਥੇ ਜਾਵਾਂਗੇ ਕਮਾਈ ਕਰਾਂਗੇ ਸੈੱਟ ਹੋ ਜਾਵਾਂਗੇ ਅਤੇ ਉਹ ਪੜ੍ਹਾਈ ਦੇ ਬਹਾਨੇ ਜਾਂਦੇ ਨੇ। ਅਤੇ ਕਿਉਂਕਿ ਜਿਹੜਾ ਦੇਖੋ ਵਿਦੇਸ਼ ਵਿੱਚ ਜਾਣ ਦਾ ਜਿਹੜਾ ਵਿਦਿਆਰਥੀ ਜਾ ਵੀ ਰਿਹਾ ਨਾ ਉਹ ਵੀ ਦੋ ਤਰ੍ਹਾਂ ਦਾ ਵਿਦਿਆਰਥੀ ਆ। ਇੱਕ ਵਿਦਿਆਰਥੀ ਜਿਹੜਾ ਜਾ ਰਿਹਾ ਹੈ ਉਹ ਜਾ ਰਿਹਾ 10+2 ਉਹ ਨੌਨ ਸਕਿਲਡ ਹੈ। ਇੱਕ ਵਿਦਿਆਰਥੀ ਹੈ ਜਿਹੜਾ ਗ੍ਰੈਜੂਏਸ਼ਨ ਜਾਂ ਸਕਿਲਡ ਹੈ, ਕੁਛ ਆਪਣੀ ਕੋਈ ਜਿਹੜੀ ਹੈ ਆਪਣੀ ਡਿਗਰੀ ਵਗੈਰਾ ਜਿਹੜੀ ਆ ਕਰਕੇ ਜਾਂਦਾ ਹੈ ਅਤੇ ਉੱਥੇ ਉਹ ਚੰਗੀ ਜਿਹੜੀ ਹੈਗੀ ਆ ਵਾਈਟ ਕਾਲਰ ਜੋਬ ਦੇ ਵਿੱਚ ਚਲਾ ਜਾਂਦਾ ਹੈ। ਪਰ ਜੇ 90% ਜਿਹੜਾ ਵਿਦੇਸ਼ਾਂ ਵਿੱਚ ਜਿਹੜਾ ਵਿਦਿਆਰਥੀ ਜਾ ਰਿਹਾ ਹੈ ਉਹ ਨੌਨ ਸਕਿਲਡ ਜਿਹੜਾ ਜਾ ਰਿਹਾ ਹੈ ਅਤੇ ਉੱਥੇ ਜਾ ਕੇ ਉਹਨੂੰ ਜਿਹੋ ਜਿਹਾ ਫਿਰ ਕੰਮ ਮਿਲਦਾ ਹੈ ਪੜ੍ਹਨ ਤੋਂ ਬਾਅਦ ਉਹ ਜਿਹੜਾ ਹੈਗਾ ਕਰ ਲੈਂਦਾ ਅਤੇ ਉੱਥੇ ਦੀ ਜਿਹੜੀ ਲੇਬਰ ਕਲਾਸ ਦਾ ਹਿੱਸਾ ਜਾ ਕੇ ਬਣ ਜਾਂਦਾ। ਇਹ ਜਿਹੜੀ ਬੜਾ ਸੋਚਣ ਵਾਲਾ ਜਿਹੜਾ ਵਿਸ਼ਾ ਹੈ ਕਿ ਜੋ ਮੈਂ ਸਮਝਦਾ ਕਿ ਹੁਣ ਜਿਹੜਾ ਪੰਜਾਬ ਹੈ ਉਸ ਵਕਤ ਜਿਹੜਾ ਸੀਗਾ ਸਾਡਾ ਪੈਸਾ ਨਹੀਂ ਸੀ ਉੱਥੇ ਜਾਂਦਾ, ਹੁਣ ਸਾਡਾ ਪੈਸਾ ਵੀ ਜਾਂਦਾ 20-25 ਲੱਖ ਰੁਪਈਆ ਲਾ ਕੇ ਵਿਦਿਆਰਥੀ ਜਿਹੜਾ ਹੈਗਾ ਪੜ੍ਹਨ ਵੀ ਜਾਂਦਾ। ਅਤੇ ਨਾਓ ਪੰਜਾਬ ਇਜ਼ ਬਿਕਮਿੰਗ ਐਨ ਇੰਟਰਨੈਸ਼ਨਲ ਲੇਬਰ ਮਾਰਕੀਟ ਕਿ ਸਾਨੂੰ ਵਿਦੇਸ਼ਾਂ ਨੂੰ ਪਤਾ ਹੈ ਕਿ ਮੁਲਕਾਂ ਨੂੰ ਕਿ ਪੰਜਾਬ ਦੇ ਵਿੱਚੋਂ ਤੁਹਾਨੂੰ ਪੈਸੇ ਵੀ ਦੇਣਗੇ ਅਤੇ ਤੁਹਾਨੂੰ ਲੇਬਰ ਵੀ ਮਿਲ ਜਾਏਗੀ ਅਤੇ ਇੱਕ ਜਿਹੜੀ ਹੈਗੀ ਹੈ ਇੱਕ ਮਜ਼ਦੂਰ ਜਿਹੜੀ ਮੰਡੀ ਹੈ ਉਹ ਪੰਜਾਬ ਜ਼ਿਆਦਾਤਰ ਅਤੇ ਭਾਰਤ ਥੋੜ੍ਹੇ ਤੌਰ 'ਤੇ ਜਿਹੜੇ ਭਾਰਤ ਦੇ ਦੂਜੇ ਸੂਬੇ ਨੇ ਉਹਨਾਂ ਤੋਂ ਜਿੱਥੋਂ ਘੱਟ ਜਾ ਰਹੇ ਨੇ ਬੱਚੇ ਉਹ ਜਿਹੜੇ ਬਣ ਕੇ ਚੁੱਕੇ ਆ ਇਸ ਟਾਈਮ ਜਿਹੜੀ ਹੈਗੀ ਆ। ਤਾਂ
ਇੱਕ ਬਜ਼ਾਰੂਕਰਨ ਦੀ ਜਿਹੜੀ ਪ੍ਰਵਿਰਤੀ ਸੀ ਉਸ ਦੇ ਤਹਿਤ ਜਿਹੜਾ ਹੈ ਇਹ ਜਿਹੜਾ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਹੈ ਜਿਹੜਾ ਉਸ ਨੂੰ ਦੇਖਿਆ ਜਾਂਦਾ ਹੈ। ਤਾਂ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਉਹਦਾ ਜਿਹੜਾ ਅਸਰ ਹੋ ਰਿਹਾ ਹੈ ਪੰਜਾਬ ਦੇ ਵਿੱਚ ਜਿਹੜਾ ਹੈਗਾ ਸਰਕਾਰੀ ਪੱਧਰ ਦੇ ਉੱਪਰ ਜਾਂ ਜਿਹੜੇ ਇੱਥੋਂ ਜਾ ਰਹੇ ਨੇ ਲੋਕ ਬੱਚੇ ਜਿਹੜੇ ਪੜ੍ਹਨ ਦੇ ਲਈ ਉਹ ਵੈਕਿਊਮ ਜਿਹੜਾ ਹੈਗਾ ਉਹਨੂੰ ਭਰਨ ਦੇ ਲਈ ਐਜੂਕੇਸ਼ਨ ਇੰਸਟੀਟਿਊਸ਼ਨ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਅਲੱਗ ਤਰ੍ਹਾਂ ਦਾ ਇੱਕ ਜਿਹੜਾ ਹੈਗਾ ਉਹ ਇੱਕ ਖਲਾਅ ਪੈਦਾ ਹੋ ਗਿਆ ਹੈ। ਵਿਦਿਆਰਥੀਆਂ ਦੀ ਗਿਣਤੀ ਜਿਹੜੀ ਹੈਗੀ ਆ ਜਿਸ ਤਰ੍ਹਾਂ ਮੈਂ ਡਾਟਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਉਹਦੇ ਨਾਲ ਜਿਹੜਾ ਹੈਗਾ ਉਹ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ ਅਤੇ ਵਿਦਿਅਕ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਦੇ ਨਾਲ ਜਿਹੜੀਆਂ ਵਿਦਿਅਕ ਸੰਸਥਾਵਾਂ ਚਾਹੇ ਉਹ ਸਰਕਾਰੀ ਨੇ ਚਾਹੇ ਉਹ ਗੈਰ ਸਰਕਾਰੀ ਨੇ ਅਤੇ ਚਾਹੇ ਉਹ ਸਰਕਾਰੀ ਸਹਾਇਤਾ ਪ੍ਰਾਪਤ ਨੇ ਉਹਨਾਂ ਨੂੰ ਵਿੱਤੀ ਸੰਕਟ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਰਿਹਾ। ਜਿਵੇਂ ਤੁਸੀਂ ਗੱਲ ਕੀਤੀ ਕਿ ਮਜ਼ਦੂਰੀ ਜਾਂ ਲੇਬਰ ਦੀ, ਪਰ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਲੇਬਰ ਲਾਜ਼ ਨੇ ਇੱਕ ਤਾਂ ਉਹ ਚੰਗੀ ਤਰ੍ਹਾਂ ਲਾਗੂ ਵੀ ਹੁੰਦੇ ਨੇ ਅਤੇ ਜਿਹੜੇ ਉੱਥੇ ਲੇਬਰ ਕਰਦੇ ਨੇ ਉਹਨੂੰ ਚੰਗੀ ਪੇ ਮਿਲਦੀ ਹੈ। ਕਿ ਸਾਡੇ ਦੇਸ਼ ਵਿੱਚ ਨਹੀਂ ਸਰਕਾਰ ਕਰ ਸਕਦੀ ਕਿ ਜਿਹੜੇ ਲੇਬਰ ਜੋਬਸ ਕਰ ਰਹੇ ਨੇ ਉਹਨਾਂ ਨੂੰ ਚੰਗਾ ਪੈਸਾ ਮਿਲੇ, ਕਿਉਂਕਿ ਮਜ਼ਦੂਰੀ ਵੀ ਕਿਰਤ ਹੈ, ਕਿਉਂਕਿ ਸਾਡਾ ਤਾਂ ਬੇਸਿਕ ਕੰਸੈਪਟ ਹੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੈ ਕਿ ਉਹ ਇੱਧਰ ਕਿਰਤ ਕਰਦੇ ਨੇ ਮਜ਼ਦੂਰੀ ਕਰਦੇ ਨੇ ਉਨੀ ਉਹਨਾਂ ਨੂੰ ਪੇ ਨਹੀਂ ਮਿਲਦੀ। ਇੱਥੇ ਸਾਡੇ ਜਿਹੜੇ ਇੰਨੇ ਚੰਗੇ ਪੜ੍ਹੇ ਨੇ ਚੰਗੇ ਪੜ੍ਹੇ ਲਿਖੇ ਨੌਜਵਾਨ ਵੀ ਜਿਹੜੇ ਨੇ ਵਿਦੇਸ਼ਾਂ ਨੂੰ ਜਾ ਰਹੇ ਨੇ ਉੱਧਰ ਜਾ ਕੇ ਜੋ ਮਜ਼ਦੂਰੀ ਕਰਦੇ ਨੇ ਉਨੀ ਉਹਨਾਂ ਨੂੰ ਇੱਥੇ ਚੰਗੀ ਨੌਕਰੀ ਕਰਕੇ ਪੈਸਾ ਨਹੀਂ ਮਿਲ ਰਿਹਾ ਅਤੇ ਉੱਧਰੋਂ ਮਜ਼ਦੂਰੀ ਕਰਕੇ ਚੰਗਾ ਪੈਸਾ ਕਮਾ ਰਹੇ ਨੇ। ਕੀ ਨੀਤੀਆਂ ਜ਼ਿੰਮੇਵਾਰ ਨਹੀਂ ਹੈਗੀਆਂ ਸਾਡੀਆਂ ਸਰਕਾਰਾਂ ਦੀਆਂ? ਨਹੀਂ ਦੇਖੋ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਪਰ ਇਹਦੇ ਦੋ ਪੱਖ ਨੇ। ਜੇ ਹੁਣ ਇਸ ਨੂੰ ਤੁਸੀਂ ਦੇਖਦੇ ਹੋ ਇਹਦੇ ਦੋ ਪੱਖ ਤੁਸੀਂ ਦੇਖੋ। ਇਹਦਾ ਜਿਹੜਾ ਪਹਿਲਾ ਪੱਖ ਹੈ ਕਿ ਜਿਹੜਾ ਬੱਚਾ ਉੱਥੇ ਜਾ ਰਿਹਾ ਪੜ੍ਹਨ ਦੇ ਲਈ ਉੱਥੇ ਉਹ ਸੈੱਟ ਹੋ ਰਿਹਾ ਅਤੇ ਉਹ ਤੁਸੀਂ ਕਹਿ ਰਹੇ ਹੋ ਕਿ ਉੱਥੇ ਜਿਹੜੇ ਲੇਬਰ ਲਾਜ਼ ਨੇ ਉਹ ਬਰਾਬਰ ਨੇ ਅਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਸਾਰਾ ਉਹਨਾਂ ਨੂੰ ਵਧੀਆ ਜਿਹੜੀ ਹੈਗੀ ਹੈ ਕਮਾਈ ਹੋ ਰਹੀ ਹੈ। ਇੱਕ ਪੱਖ ਇਹ ਠੀਕ ਹੈ ਕਿ ਉੱਥੇ ਜਿਹੜਾ ਬੱਚਾ ਜਾਂਦਾ ਹੈ ਉਹ ਉੱਥੇ ਸੈੱਟ ਹੋ ਜਾਂਦਾ ਹੈ ਅਤੇ ਉਹਨੂੰ ਜਿੰਨੇ ਘੰਟੇ ਉਹ ਕੰਮ ਕਰਦਾ ਹੈ ਉਹ ਘੰਟਿਆਂ ਦੇ ਮੁਤਾਬਕ ਜੇ ਉਹ ਫਿਰ PR ਹੋ ਜਾਂਦਾ ਉਸ ਦੇ ਮੁਤਾਬਕ ਉਹ ਜਿਹੜੀ ਹੈਗੀ ਹੈ ਉਹ ਕਮਾਈ ਕਰਦਾ ਹੈ ਅਤੇ ਆਪਣੀ ਜਿਹੜਾ ਜੀਵਨ ਦਾ ਨਿਰਵਾਹ ਉਹ ਕਰਦਾ ਹੈ। ਇਹ ਠੀਕ ਹੈ ਗੱਲ, ਕਿਉਂਕਿ ਮੇਨ ਕਾਰਨ ਤਾਂ ਵਿਦੇਸ਼ਾਂ ਜਾਣ ਦਾ ਆਰਥਿਕ ਹੀ ਹੈ ਜਿਹੜੀ ਹੈਗੀ ਆ ਕਿ ਇੱਥੇ ਜਿਹੜੀ ਬੇਰੁਜ਼ਗਾਰੀ ਦਾ ਇੱਕ ਮੇਨ ਹੈ। ਕੁਛ ਪਰਸੈਂਟ ਕਰੇਜ਼ ਜਿਹੜਾ ਹੈਗਾ ਉਹ ਜਿਹੜਾ ਹੈਗਾ ਗਲੋਬਲਾਈਜੇਸ਼ਨ ਦਾ ਇਹਦੇ ਵਿੱਚ ਆਪਣੇ ਜਿਹੜਾ ਹੈਗਾ ਵਿਸ਼ਵੀਕਰਨ ਦਾ ਜਿਹੜਾ ਹੈਗਾ ਸਾਰਾ ਜਿਹੜੇ ਦੇਖੋ ਦੇਖੀ ਰੀਸੋ ਰੀਸ ਹੀ ਜਿਹੜੀ ਹੈਗੀ ਆ ਜਾਂਦੇ ਨੇ ਲੋਕ, ਪਰ ਜ਼ਿਆਦਾਤਰ ਜਿਹੜਾ ਫੈਕਟਰ ਤੁਹਾਡੀ ਸਹੀ ਗੱਲ ਹੈ ਕਿ ਆਰਥਿਕ ਹੈ ਅਤੇ ਉੱਥੇ ਜਿਹੜੇ ਲੇਬਰ ਲਾਜ਼ ਨੇ। ਪਰ ਦੂਸਰਾ ਐਸਪੈਕਟ ਜਿਹੜਾ ਹੈਗਾ ਅਸੀਂ ਉਹਨੂੰ ਵੀ ਜਿਹੜਾ ਇੰਪੋਰਟੈਂਟ ਆ ਉਸ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਕਿ ਜਿਹੜਾ ਬੱਚਾ ਵਿਦਿਆਰਥੀ ਇੱਥੋਂ ਪੜ੍ਹਨ ਦੇ ਲਈ ਉੱਥੇ ਜਾਂਦਾ ਔਰ ਉੱਥੇ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਮੁਲਕਾਂ ਦੇ ਵਿੱਚ PR ਹੋ ਜਾਂਦਾ ਕੀ ਉਹਨਾਂ ਦੇ ਨਾਲ ਉੱਥੇ ਡਿਸਕ੍ਰਿਮੀਨੇਸ਼ਨ ਨਹੀਂ ਹੁੰਦਾ? ਯੈਸ, ਇਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ, ਇਹ ਹੈ। ਮੈਂ ਜਿਵੇਂ ਤੁਸੀਂ ਇਹ ਕਹੋ ਕਿ ਪਾਕਿਸਤਾਨ ਜਿਹੜਾ ਹੈਗਾ ਭਾਰਤ ਦਾ ਹਿੱਸਾ ਸੀ ਕਿਸੇ ਵਕਤ, ਜਿਹੜੇ ਲੋਕ ਪਾਕਿਸਤਾਨ ਆਪਣੇ ਭਾਰਤ ਦਾ ਹਿੱਸਾ ਸੀਗਾ ਉੱਥੋਂ ਆਏ ਹੋਏ ਪੰਜਾਬੀ ਨੇ ਅੱਜ ਵੀ ਉਹਨਾਂ ਦੇ ਨਾਲ ਉਸ ਤਰ੍ਹਾਂ ਦਾ ਉਹਨਾਂ ਨੂੰ ਵੀ ਇਉਂ ਲੱਗਦਾ ਹੈ ਕਿ ਸਾਨੂੰ ਰਿਫਿਊਜ਼ ਹੀ ਸਮਝਿਆ ਜਾਂਦਾ ਇੱਥੇ ਆਪਣੇ ਹਿੰਦੁਸਤਾਨ ਦੇ ਵਿੱਚ। ਕੀ ਅਸੀਂ ਜਿਹੜੇ ਆਪਣਾ ਮੁਲਕ ਛੱਡ ਕੇ ਜਿਹੜਾ ਕਿ ਸਾਡਾ ਹੈ ਸਾਡੇ ਜੀ ਸਾਨੂੰ ਲੱਗਦਾ ਹੈ ਜਿਹੜੇ ਲੋਕ ਪਾਕਿਸਤਾਨ ਤੋਂ ਇੱਥੇ ਵਸਦੇ ਨੇ ਉਹਨਾਂ ਨੂੰ ਲੱਗਦਾ ਅਤੇ ਇੱਥੇ ਵਾਲੇ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮਾਨਸਿਕਤਾ ਦੇ ਵਿੱਚ ਗੱਲ ਹੈ ਹਾਲੇ ਤੱਕ, ਭਾਵੇਂ 75 ਸਾਲ ਹੋ ਗਏ ਆਜ਼ਾਦੀ ਨੂੰ, ਪਰ ਹਾਲੇ ਤੱਕ ਉਹ ਗੱਲ ਕਿਤੇ ਨਾ ਕਿਤੇ ਵਸੀ ਹੋਈ ਹੈ। ਇਸ ਗੱਲ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਇਹ ਸੱਚ ਹੈ। ਅਤੇ ਕੀ ਇਹ ਗੱਲ ਵਿਦੇਸ਼ਾਂ ਵਿੱਚ ਜਾਣ ਵਾਲੇ ਉਹ ਵਿਦਿਆਰਥੀ ਜਿਹੜੇ ਭਾਰਤੀ ਨੇ ਅਤੇ ਕੈਨੇਡਾ 'ਚ ਜਾ ਰਹੇ ਨੇ, ਭਾਰਤੀ ਨੇ ਪੰਜਾਬੀ ਨੇ ਆਸਟ੍ਰੇਲੀਆ 'ਚ ਜਾ ਰਹੇ ਨੇ, ਭਾਰਤੀ ਪੰਜਾਬੀ ਜਿਹੜਾ ਹੈਗਾ ਉਹ ਹੋਰ ਕੰਟਰੀ ਜਿਹੜੀ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋ ਰਿਹਾ, ਕਿ ਉਹਨਾਂ ਦੇ ਨਾਲ ਇਹੋ ਜਿਹਾ ਵਿਤਕਰਾ ਨਹੀਂ ਹੋਏਗਾ? ਯੈਸ, ਕਿਉਂਕਿ ਹਿਊਮਨ ਨੇਚਰ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਬਦਲ ਸਕਦੇ ਹੋ? ਉਹ ਨਹੀਂ ਬਦਲ ਸਕਦੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਨਾ ਇੱਕ ਬੜੀ ਕਮਾਲ ਦੀ ਗੱਲ ਜਿਹੜੀ ਤੁਸੀਂ ਦੇਖ ਰਹੇ ਹੋ ਜੋ ਮੈਨੂੰ ਲੱਗਦੀ ਹੁੰਦੀ ਹੈ ਕਿ ਪਹਿਲਾਂ ਅਸੀਂ ਬਸਤੀਵਾਦ ਦੀ ਗੱਲ ਕਰਦੇ ਸੀ, ਕਲੋਨਲਿਜ਼ਮ ਦੀ ਗੱਲ ਜਿਹੜੀ ਸੀ ਉਹ ਕਰਦੇ ਹੁੰਦੇ ਸੀਗੇ ਕਿ ਬ੍ਰਿਟਿਸ਼ ਕਲੋਨਲਿਜ਼ਮ ਆਇਆ
ਇਤਿਹਾਸ ਦੇ ਵਿੱਚ ਪੜ੍ਹਿਆ ਜਾਂਦਾ, ਹਿਸਟਰੀ ਦੇ ਵਿੱਚ ਪੜ੍ਹਿਆ ਜਾਂਦਾ ਕਿ ਕਿਸੇ ਵਕਤ ਦੇ ਉੱਤੇ ਬਰਤਾਨੀਆ ਨੇ ਜਿਹੜਾ ਸੀਗਾ ਛੋਟੇ ਮੁਲਕਾਂ ਨੂੰ, ਵੱਡੇ ਮੁਲਕਾਂ ਨੂੰ, ਈਵਨ ਯੂਨਾਈਟਿਡ ਸਟੇਟ ਆਫ ਅਮਰੀਕਾ ਵੀ ਕਿਸੇ ਟਾਈਮ ਜਿਹੜੀ ਸੀ ਕਲੋਨੀ ਸੀ। ਵੱਡੇ ਵੱਡੇ ਮੁਲਕ ਜਿਹੜੇ ਸੀਗੇ ਉਹ ਬਰਤਾਨੀਆ ਨੇ ਆਪਣੇ ਜਿਹੜਾ ਸੀਗਾ ਤਾਜ ਦੇ ਅੰਡਰ ਉਹ ਲੈ ਲਏ ਸੀਗੇ ਅਤੇ ਉਹਨਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਹੈਗਾ ਬਰਤਾਨੀਆ ਜਿਹੜਾ ਸੀਗਾ ਉਹਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਹੈਗਾ ਉਹਦਾ ਮਾਲੀ ਜਾਨੀ ਨੁਕਸਾਨ ਵੀ ਹੋਇਆ, ਜਿੱਤਿਆ ਭਾਵੇਂ, ਅਤੇ ਅਦਰ ਕੰਟਰੀਜ਼ ਵੀ ਜਿਹੜੀਆਂ ਕਲੋਨਲਿਜ਼ਮ ਦੇ ਵਿੱਚ ਬਣੀਆਂ ਹੋਈਆਂ ਸੀਗੀਆਂ ਉਹਨਾਂ ਦਾ ਵੀ ਹੋਇਆ। ਅਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀ ਹੈਗੀ ਹੈ ਸੰਸਾਰ ਦੋ ਗੁੱਟਾਂ ਦੇ ਵਿੱਚ ਵੰਡਿਆ ਜਾਂਦਾ ਹੈ, ਜਿਹੜਾ ਹੈਗਾ ਯੂਨੀਪੋਲਰਾਈਜੇਸ਼ਨ ਤੋਂ ਜਿਹੜਾ ਮਲਟੀਪੋਲਰਾਈਜੇਸ਼ਨ ਤੋਂ ਜਿਹੜਾ ਹੈਗਾ ਹੋ ਜਾਂਦਾ ਤੁਹਾਡਾ ਦੋ ਧਰੁਵੀਕਰਨ। ਅਤੇ ਉਹਦੇ ਵਿੱਚ ਇੱਕ ਪਾਸੇ ਜੋ USA ਦਾ ਧੜਾ ਆ ਜਾਂਦਾ ਹੈ ਕੈਪੀਟਲਿਜ਼ਮ ਵਾਲਾ, ਅਤੇ ਇੱਕ ਪਾਸੇ USSR ਦਾ ਧੜਾ ਆ ਜਾਂਦਾ। ਅਤੇ ਇਹਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਕਲੋਨਲਿਜ਼ਮ, ਇਹਨੂੰ ਨਿਊ ਕਲੋਨਲਿਜ਼ਮ ਕਹਿੰਦੇ ਆ, ਆਰਥਿਕ ਨਿਰਭਰਤਾ ਦਾ ਦੌਰ ਜਿਹੜਾ ਹੈਗਾ ਕਿ ਵੱਡੇ ਮੁਲਕਾਂ ਦਾ ਆਰਥਿਕ ਨਿਰਭਰਤਾ ਦਾ ਦੌਰ ਹੈ ਉਹ ਸ਼ੁਰੂ ਹੋਇਆ। ਅਤੇ ਗੁਲਾਮੀ ਦਾ ਦੌਰ, ਉਹ ਆਰਥਿਕ ਤੌਰ 'ਤੇ ਗੁਲਾਮੀ ਹੋ ਗਈ। ਪਹਿਲਾਂ ਜਿਹੜੀ ਸੀ ਬ੍ਰਿਟਿਸ਼ ਕਲੋਨਲਿਜ਼ਮ ਦੀ ਉਹ ਰਾਜਨੀਤਿਕ ਤੌਰ 'ਤੇ ਅਤੇ ਆਰਥਿਕ ਤੌਰ 'ਤੇ ਗੁਲਾਮੀ ਸੀ। ਹੁਣ ਜਿਹੜੀ ਹੈ ਇਹਨਾਂ ਮੁਲਕਾਂ ਦੇ ਅਧੀਨ ਹੋ ਕੇ ਆਰਥਿਕ ਤੌਰ 'ਤੇ ਇਹਨਾਂ ਦਾ ਜਿਹੜਾ ਪ੍ਰਭਾਵ ਹੈ ਅੰਤਰਰਾਸ਼ਟਰੀ ਜਿਹੜੀ ਆਰਥਿਕਤਾ ਦੇ ਉੱਪਰ ਉਹ ਦਬਦਬਾ ਸੀਗਾ ਜਿਹੜਾ ਇਹਨਾਂ ਵੱਡੇ ਮੁਲਕਾਂ ਦਾ ਉਹ ਬਣ ਗਿਆ, ਅਤੇ ਛੋਟੇ ਮੁਲਕ ਆਰਥਿਕ ਤੌਰ 'ਤੇ ਗੁਲਾਮ ਸੀਗੇ। ਨਵਾਂ ਬਸਤੀਵਾਦ ਸੀ। ਹੁਣ ਜਿਹੜਾ ਬਸਤੀਵਾਦ ਦਾ ਜਿਹੜਾ ਰੂਪ ਆ ਰਿਹਾ ਇਹ ਜਿਹੜਾ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਆ ਰਿਹਾ ਨਾ, ਇਹ ਇੱਕ ਤੀਜੇ ਨਵੇਂ ਤਰ੍ਹਾਂ ਦਾ ਬਸਤੀਵਾਦ ਹੈ। ਹੁਣ ਅਸੀਂ ਗੁਲਾਮ ਬਣਨ ਦੇ ਲਈ ਪੈਸੇ ਵੀ ਦਿੰਦੇ ਹਾਂ, ਪੜ੍ਹਨ ਲਈ ਜਾਂਦੇ ਹਾਂ, ਉੱਥੇ ਸੈੱਟ ਹੁੰਦੇ ਹਾਂ, ਅਤੇ ਫਿਰ ਉੱਥੇ ਜਾ ਕੇ ਅਸੀਂ ਸੈੱਟ ਹੋ ਕੇ ਉਹਨਾਂ ਦੇ ਨਿਯਮਾਂ ਦੇ ਵਿੱਚ ਬੰਨ੍ਹ ਕੇ ਆਪਣਾ ਜੀਵਨ ਨਿਰਵਾਹ ਕਰਦੇ ਹਾਂ, ਅਤੇ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਖੁਦ ਗੁਲਾਮ ਹੋਣ ਲਈ ਜਾਂਦੇ ਹਾਂ। ਇਸ ਨੂੰ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਬਸਤੀਵਾਦ ਦਾ ਰੁਝਾਨ ਹੈ, ਜਿਹੜਾ ਨਵੀਂ ਤਰ੍ਹਾਂ ਦੀ ਗੁਲਾਮੀ ਦਾ ਕੌਨਸੈਪਟ ਹੈ ਜਿਹੜਾ ਉਹਦੀ ਡਿਵੈਲਪਮੈਂਟ ਜਿਹੜੀ ਹੈਗੀ ਆ, ਸ਼ੁਰੂਆਤ ਅਤੇ ਵਿਕਾਸ ਜਿਹੜਾ ਹੈਗਾ ਉਹ ਦੇਖ ਰਹੇ ਹਾਂ ਇਸ ਸੰਦਰਭ ਦੇ ਵਿੱਚ ਕਿ ਵਿਦੇਸ਼ਾਂ ਵਿੱਚ ਜਾਣਾ, ਉੱਥੇ ਸੈੱਟ ਹੋਣਾ ਵੀ ਇੱਕ ਗੁਲਾਮੀਅਤ ਦਾ ਪ੍ਰਤੀਕ ਹੈ। ਜੇਕਰ ਮਾਨਸਿਕਤਾ ਉਹਨੂੰ ਨਹੀਂ ਕੱਢਿਆ ਜਾ ਸਕਦਾ, ਭਾਵੇਂ ਬਹੁਤ ਸਾਰੇ ਇੰਸੀਡੈਂਟ ਨੇ ਇਤਿਹਾਸ ਦੇ ਵਿੱਚ, ਤੁਸੀਂ ਦੇਖ ਲਓ ਮਹਾਤਮਾ ਗਾਂਧੀ ਜਦੋਂ ਸਾਊਥ ਅਫਰੀਕਾ ਦੇ ਵਿੱਚ ਗਏ ਸੀ ਤਾਂ ਉਸ ਸਮੇਂ ਉਹਨਾਂ ਨੂੰ ਫਸਟ ਕਲਾਸ ਜਿਹੜਾ ਰੇਲਵੇ ਪਲੇਟਫਾਰਮ ਦੇ ਵਿੱਚੋਂ ਇਸ ਕਰਕੇ ਕੱਢਿਆ ਸੀ ਕਿ ਤੁਸੀਂ ਵੀ ਗੁਲਾਮ ਮੁਲਕ ਦੇ ਕਾਲੇ ਨਾਗਰਿਕ ਹੋ। ਤਾਂ ਕੀ ਉਸ ਵਕਤ ਦੇ ਅਤੇ ਅੱਜ ਦੇ ਉਹਨਾਂ ਮਾਨਸਿਕਤਾ ਦੇ ਵਿੱਚ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਦਾ? ਉਹ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਹੈਗਾ ਉਹ ਇੱਕ ਗੁਲਾਮੀਅਤ ਦਾ ਇਹ ਪ੍ਰਤੀਕ ਬਣਦਾ ਜਾ ਰਿਹਾ, ਬਣੂਗਾ। ਇਹ ਨਤੀਜੇ ਜਿਹੜੇ ਨੇ ਆਉਣ ਵਾਲੇ ਟਾਈਮ 'ਚ ਕਿਵੇਂ ਦੇ ਨਿਕਲਣਗੇ ਇਹ ਸਮਾਂ ਦੱਸੂਗਾ। ਮੈਂ ਇਸ ਨੂੰ ਇਸ ਸੰਦਰਭ 'ਚ ਦੇਖ ਰਿਹਾ। ਪਰ ਦੂਸਰੇ ਪਾਸੇ ਆਪਾਂ ਦੇਖ ਸਕਦੇ ਹਾਂ ਕਿ UK ਦਾ ਜਿਨ੍ਹਾਂ ਨੇ ਕਲੋਨਲਿਜ਼ਮ ਦੀ ਟਰਮ ਜਿਨ੍ਹਾਂ ਨੇ ਇਜਾਦ ਕੀਤੀ, UK ਦਾ ਪ੍ਰਾਈਮ ਮਿਨਿਸਟਰ ਜਿਹੜਾ ਇੰਡੀਅਨ ਓਰੀਜਨ ਦਾ ਹੈ ਰਿਸ਼ੀ ਸੁਨਕ, ਕਿ ਇਹ ਵੀ ਇੱਕ ਪੱਖ ਬਣਦਾ ਹੈ ਕਿ ਬੇਸ਼ੱਕ ਜਿਵੇਂ ਤੁਸੀਂ ਗੱਲ ਕੀਤੀ ਕਿ ਗੁਲਾਮੀ ਜਾਂ ਇਸ ਤਰ੍ਹਾਂ ਸਾਡੀ ਮਾਨਸਿਕਤਾ ਬਣੀ ਹੋਈ ਹੈ, ਪਰ ਜੇ ਆਪਾਂ ਦੂਸਰੇ ਪੱਖ ਤੋਂ ਦੇਖਦੇ ਹਾਂ ਕਿ ਜਿਵੇਂ ਵੱਡੇ ਜੇ ਸਾਡੀ ਇੰਡੀਅਨ ਪ੍ਰੀਮੀਅਰ ਇੰਸਟੀਟਿਊਟਾਂ ਦੇ ਪੜ੍ਹੇ ਸੁੰਦਰ ਪਿਚਾਈ ਹੋ ਗਿਆ, ਸੱਤਿਆ ਨਡੇਲਾ ਹੋ ਗਿਆ, ਕੈਨੇਡਾ ਦੀ ਪੋਲੀਟਿਕਸ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਲੀਡ ਕਰ ਰਹੇ ਨੇ। ਹੋ ਸਕਦਾ ਆਉਣ ਵਾਲੇ ਸਮੇਂ 'ਚ ਕੈਨੇਡਾ ਦਾ ਜਿਹੜਾ ਰੂਲਰ ਬਣੇ ਉਹ ਕੋਈ ਪੰਜਾਬੀ ਬਣ ਜੇ, ਜਿਵੇਂ UK ਦੇ ਵਿੱਚ ਉਹੀ UK ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ, ਇੰਨੇ ਸਾਲ ਸਾਡੇ ਦੇਸ਼ 'ਤੇ ਰਾਜ ਕੀਤਾ। ਅਤੇ ਇੱਕ ਪਾਸੇ ਅੱਜ ਉੱਥੇ ਪ੍ਰਾਈਮ ਮਿਨਿਸਟਰ ਜਿਹੜਾ ਉਹ ਰਿਸ਼ੀ ਸੁਨਕ ਹੈ ਕਿ ਸਾਡੇ ਦੇਸ਼ ਦੇ ਵਿੱਚ ਇਸ ਸਮੇਂ ਜਿਹੜਾ ਡਾਕੂਮੈਂਟਰੀ ਨੂੰ ਲੈ ਕੇ ਰੌਲਾ ਚੱਲ ਰਿਹਾ ਜੋ BBC ਵੱਲੋਂ ਬਣਾਈ ਗਈ ਹੈ, ਅਤੇ ਉਹਨੇ ਪ੍ਰਾਈਮ ਮਿਨਿਸਟਰ ਜਿਹੜੇ ਆਪਣੇ ਹੈਗੇ ਨੇ ਇਹਨਾਂ ਦੀ ਸਪੋਰਟ ਕੀਤੀ ਹੈ। ਇਹ ਵੀ ਤਾਂ ਇੱਕ ਪੱਖ ਹੈਗਾ ਨਾ ਕਿ ਉੱਧਰੋਂ ਸਾਨੂੰ ਜੇ ਆਪਾਂ ਲੇਬਰ ਦੇ ਰਹੇ ਹਾਂ ਅਤੇ ਸਾਡੇ ਉੱਥੇ ਰੂਲਰ ਵੀ ਤਾਂ ਜਾ ਰਹੇ ਨੇ ਉੱਧਰ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ। ਈਵਨ ਕਿ ਤੁਸੀਂ ਇਹ ਦੇਖੋ, ਜਿਵੇਂ ਤੁਸੀਂ ਖੁਦ ਹੀ ਕਿਹਾ ਕਿ ਇੰਗਲੈਂਡ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਭਾਰਤੀ ਮੂਲ ਦਾ ਹੈ, ਔਰ ਕੈਨੇਡਾ ਦੇ ਵਿੱਚ ਵੀ ਜਿਹੜੇ ਹੈਗੇ ਆ ਬਹੁਤ ਸਾਰੇ ਸਾਡੇ MLAs ਅਤੇ ਬਹੁਤ ਸਾਰੇ ਜਿਹੜੇ MPs ਨੇ ਉਹ ਵੀ ਹੈਗੇ ਨੇ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ, ਮਲਟੀ ਕਲਚਰਲ ਕੰਟਰੀ ਹੈ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵਕਤ ਦਾ ਕੁਛ ਨਹੀਂ ਪਤਾ ਹੁੰਦਾ। ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਜਿਹੜਾ ਹੈਗਾ ਉਹ ਪੰਜਾਬੀ ਬਣ ਸਕਦਾ, ਜੇ ਇੰਗਲੈਂਡ ਦਾ ਬਣ ਸਕਦਾ ਹੈ ਭਾਰਤੀ ਮੂਲ ਦਾ, ਤਾਂ ਕਿਸੇ ਵੀ ਹੋਰ ਮੂਲ ਦਾ ਜਿਹੜਾ ਹੈਗਾ ਨਾਗਰਿਕ ਉੱਥੇ ਜਾ ਕੇ ਜਦੋਂ ਜਾਵਾਂਗੇ ਤਾਂ ਉੱਥੇ ਜਿਹੜਾ ਹੈਗਾ ਉਹ ਬਣ ਸਕਦਾ ਹੈ। ਇਹ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਦੇਖੋ ਇਹ ਸਮੇਂ ਦਾ ਵਰਤਾਰਾ ਹੈ। ਸਮੇਂ ਦਾ ਵਰਤਾਰਾ ਇਹ ਹੈ ਕਿ ਰੂਲਰ ਜਿਹੜਾ ਬਣਦਾ ਹੈ, ਰੂਲਰ ਬਣਨ ਦੇ ਨਾਲ ਹੁਣ ਦੇਖੋ ਤੁਸੀਂ ਇਸ ਗੱਲ ਨੂੰ ਇੱਥੇ ਇਹ ਕਹਿ ਕੇ ਬੰਦ ਕਰਕੇ ਕਿ ਬਸ ਇੰਨੀ ਗੱਲ ਕਹਿ ਕੇ ਕਿ ਇਹ ਹੋ ਸਕਦਾ ਹੈ ਔਰ ਹੋ ਰਿਹਾ ਹੈ, ਇਸ ਤੋਂ ਆਉਣ ਵਾਲੇ ਟਾਈਮ ਦੇ ਜਿਹੜੇ ਰਿਜ਼ਲਟਸ ਨੇ
ਜਿਹੜੇ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਮਾੜੇ ਹੋਣਗੇ ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ, ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ। ਦੇਖੋ ਹਿੰਦੁਸਤਾਨ ਦੇ ਵਿੱਚ ਪਹਿਲਾਂ ਜਿਹੜਾ ਸੀਗਾ ਉਹ ਅਕਬਰ ਬਾਦਸ਼ਾਹ ਵੇਲੇ ਜਾਂ ਪਹਿਲਾਂ ਜੋ ਹਿੰਦੂ ਜਿਹੜੇ ਰਾਜੇ ਸੀਗੇ ਉਹਨਾਂ ਦਾ ਰਾਜ ਸੀ। ਫਿਰ ਉਸ ਤੋਂ ਬਾਅਦ ਜਿਹੜਾ ਮੁਗਲ ਬਾਦਸ਼ਾਹਾਂ ਦਾ ਜਿਹੜਾ ਰਾਜ ਹੈ ਉਹ ਸ਼ੁਰੂ ਹੋਇਆ। ਫਿਰ ਜਿਹੜਾ ਹੈ ਇੱਥੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਜਿਹੜੀ ਉਹ ਆਉਂਦੀ ਹੈ। ਫਿਰ ਹਿੰਦੁਸਤਾਨੀਆਂ ਨੇ ਜਿਹੜਾ ਉਸ ਦੇ ਲਈ ਇੱਕ ਸੰਘਰਸ਼ ਜਿਹੜਾ ਕੀਤਾ ਉਹਨਾਂ ਨੂੰ ਉੱਥੋਂ ਕੱਢਣ ਦੇ ਲਈ, ਅਤੇ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ। ਦੇਖੋ ਹੁਣ ਹਿੰਦੁਸਤਾਨ ਦੇ ਕੰਟੈਕਸਟ ਦੇ ਵਿੱਚ ਹੀ ਦੇਖੋ ਕਿ ਹਿੰਦੂ ਰਾਜਿਆਂ ਦੇ ਤਹਿਤ ਰਾਜ ਹੋਣਾ, ਉਸ ਤੋਂ ਬਾਅਦ ਫਿਰ ਮੁਗਲ ਬਾਦਸ਼ਾਹਾਂ ਦਾ ਰਾਜ, ਫਿਰ ਬਰਤਾਨੀਆ ਦਾ ਰਾਜ, ਫਿਰ ਹਿੰਦੁਸਤਾਨੀਆਂ ਦਾ ਰਾਜ। ਦੇਖੋ ਫਿਰ ਕੀ ਉੱਥੇ ਇਹੋ ਜਿਹਾ ਵਰਤਾਰਾ ਨਹੀਂ ਵਰਤੇਗਾ? ਉਹ ਹੋ ਸਕਦਾ, ਉਸ ਨੂੰ ਵੀ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਜੇ ਤੁਸੀਂ ਉਹਨੂੰ ਇੰਡੀਆ ਦੇ ਕੰਟੈਕਸਟ ਦੇਖੋਗੇ ਵਿਦੇਸ਼ਾਂ 'ਚ ਵੀ ਹੋ ਸਕਦਾ ਕਿ ਹੁਣ ਕੁਛ ਨਾ ਕੁਛ ਹੋ ਜਾਵੇ। ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦਾ ਵਰਤਾਰਾ ਵਰਤਦਾ ਹੈ ਇਸ ਵੱਲ ਵੀ ਸਾਨੂੰ ਝਾਤ ਮਾਰਨੀ ਪਏਗੀ। ਆਉਣ ਵਾਲੇ 100 200 300 400 500 ਸਾਲਾਂ ਬਾਅਦ ਇਹਦੀ ਪ੍ਰੈਡਿਕਸ਼ਨ ਕਰਨੀ ਬੜੀ ਮੁਸ਼ਕਿਲ ਹੈ ਕਿ ਉੱਥੋਂ ਦਾ ਕਿਹੋ ਜਿਹਾ ਜਿਹੜਾ ਕਿਸ ਸੰਦਰਭ ਦੇ ਵਿੱਚ ਕਿਹੋ ਜਿਹਾ ਜਿਹੜਾ ਉੱਥੋਂ ਦਾ ਵਾਤਾਵਰਨ ਜਾਂ ਕਿਹੋ ਜਿਹਾ ਪੋਲੀਟੀਕਲ ਸੈਟਅਪ ਹੋਏਗਾ, ਕਿਉਂਕਿ ਪਰਿਵਰਤਨ ਤੁਸੀਂ ਹਿੰਦੁਸਤਾਨ 'ਚ ਵੀ ਦੇਖਿਆ ਕਿੰਨੇ ਰੂਲਰ ਆ ਗਏ, ਉੱਥੇ ਆਏ ਆ ਤਾਂ ਕਿਸ ਤਰ੍ਹਾਂ ਦੇ ਆਉਂਦੇ ਆ, ਕਿਸ ਤਰ੍ਹਾਂ ਦੀਆਂ ਪਾਲਿਸੀਜ਼ ਬਣਦੀਆਂ ਨੇ। ਕਿਸੇ ਵਕਤ ਦੇ ਉੱਤੇ ਤੁਸੀਂ ਇੰਡੀਆ ਦੇ ਵਿੱਚ ਦੇਖੋ ਨਾ ਕਿ ਪਹਿਲਾਂ ਇੰਡੀਆ ਜਿਹੜਾ ਹੈਗਾ ਕਿ ਹਿੰਦੂ ਰਾਸ਼ਟਰ ਹੈ, ਹਿੰਦੁਸਤਾਨ ਦੇ ਵਿੱਚ ਆਪਾਂ ਕਹੀ ਹਿੰਦੂਵਾਦੀ ਹੈ, ਸਭ ਤੋਂ ਜ਼ਿਆਦਾ ਜਿਹੜੀ ਆਬਾਦੀ ਹੈ। ਜਦੋਂ ਮੁਗਲ ਬਾਦਸ਼ਾਹ ਇੱਥੇ ਆਏ ਉਹਨਾਂ ਨੇ ਜਜ਼ੀਆ ਨਾਮ ਦਾ ਟੈਕਸ ਵੀ ਹਿੰਦੂਆਂ 'ਤੇ ਲਾ ਦਿੱਤਾ। ਠੀਕ ਹੈ, ਪਹਿਲਾਂ ਹਿੰਦੂ ਰਾਜੇ ਸੀਗੇ, ਪਰ ਉੱਥੇ ਹੋ ਸਕਦਾ ਹੈ ਜੇ ਹੁਣ ਪ੍ਰਾਈਮ ਮਿਨਿਸਟਰ ਕੋਈ ਆਪਣਾ ਭਾਰਤੀ ਮੂਲ ਦਾ ਬਣ ਗਿਆ, ਕੈਨੇਡਾ 'ਚ ਵੀ ਬਣ ਸਕਦਾ ਹੈ, ਕੀ ਉੱਥੇ ਬਦਲਾਅ ਨਹੀਂ ਹੋ ਸਕਦਾ? ਓਰੀਜਨੈਲਿਟੀ ਜਿਹੜੀ ਹੈਗੀ ਹੈ ਮਰਜ ਨਹੀਂ ਹੋ ਸਕਦੀ ਦੁਬਾਰੇ? ਫਿਰ ਕਿਹੋ ਜਿਹਾ ਵਰਤਾਰਾ ਹੋਏਗਾ, ਉਸ ਪੱਖ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਹੁਣ ਆਖਰੀ ਸਵਾਲ ਕਿ ਜਿਵੇਂ ਆਪਾਂ ਬਾਕੀ ਮਸਲਿਆਂ 'ਤੇ ਚਰਚਾ ਕੀਤੀ, ਇੱਕ ਇਹ ਵੀ ਚਰਚਾ ਬਣਦੀ ਆ ਕਿ ਜਿਹੜੇ NRI ਸਾਡੀ ਕਮਿਊਨਿਟੀ ਹੈ ਜਿਹੜੇ ਬਾਹਰ ਬੈਠੇ ਨੇ, ਉਹਨਾਂ ਨੇ ਪੰਜਾਬ ਦੇ ਮਸਲੇ ਹੱਲ ਕਰਨ ਦੇ ਵਿੱਚ ਬੜੀ ਵੱਡੀ ਭੂਮਿਕਾ ਵੀ ਨਿਭਾਈ ਹੈ। ਜਿਵੇਂ ਕਿਸਾਨੀ ਅੰਦੋਲਨ ਸੀ, ਉਹਦੇ ਵਿੱਚ ਉਹਨਾਂ ਨੇ ਫੰਡਿੰਗ ਕੀਤੀ, ਸਾਡੀਆਂ ਇਲੈਕਸ਼ਨਾਂ ਹੋਈਆਂ, ਉਸ ਦੌਰਾਨ ਵੀ ਉਹ ਆਣ ਕੇ ਇੱਧਰ ਅਵੇਅਰ ਵੀ ਕਰਦੇ ਨੇ, ਪਾਰਟੀਸਪੇਟ ਵੀ ਕਰਦੇ ਨੇ, ਲੋਕਾਂ ਨੂੰ ਜਾਗਰੂਕ ਵੀ ਕਰਦੇ ਨੇ, ਕਿਉਂਕਿ ਸਰਕਾਰ ਵੀ ਚਾਹੁੰਦੀ ਹੈ ਕਿ ਉਹ ਪੈਸੇ ਦੇ ਨਾਲ ਨਾਲ ਆਪ ਵੀ ਪੰਜਾਬ ਦੇ ਨਾਲ ਜੁੜੇ ਰਹਿਣ। ਤੁਸੀਂ NRI ਜਿਹੜੀ ਸਾਡੀ ਕਮਿਊਨਿਟੀ ਆ ਉਹਨਾਂ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਵੇਖਦੇ? ਦੇਖੋ ਨੋ ਡਾਊਟ NRIs ਦੀ ਜਿਹੜੀ ਭੂਮਿਕਾ ਹੁਣ ਤੱਕ ਦੀ ਹੈ, ਦੇਖੋ ਹੁਣ ਇਹਨੂੰ ਵੀ ਦੋ ਤਰਫਾ ਦੇਖਣਾ ਪਊਗਾ। ਜਿਹੜੇ ਹੁਣ ਤੱਕ ਦਾ NRI ਹੈ ਉਹ ਆਪਣੇ ਰੂਟਸ ਨਾਲ ਜੁੜਿਆ ਹੋਇਆ, ਉਹ ਤਾਂ ਇਸ ਕਰਕੇ ਉਹਦਾ ਪੰਜਾਬ ਦੇ ਨਾਲ ਜਾਂ ਜਿੱਥੋਂ ਵੀ ਉਹ ਹਿੰਦੁਸਤਾਨ ਦੇ ਜਿਸ ਵੀ ਹਿੱਸੇ 'ਚੋਂ ਗਿਆ ਉੱਥੇ ਉਹਦਾ ਲਗਾਓ ਜਿਹੜਾ ਹੈਗਾ ਬਣਿਆ ਹੋਇਆ ਹੈ। ਪਰ ਜਿਹੜੀ ਹੁਣ ਦੀ ਜਨਰੇਸ਼ਨ ਜਾ ਰਹੀ ਹੈ ਪੜ੍ਹਾਈ ਕਰਨ ਦੇ ਬਹਾਨੇ ਵਿਦੇਸ਼ਾਂ 'ਚ ਵਸਣ ਦਾ, ਉਹ ਸਾਰੇ ਦਾ ਸਾਰਾ ਵੇਚ ਵੱਟ ਕੇ ਇੱਥੋਂ ਆਪਣੇ ਪੇਰੈਂਟਸ ਨੂੰ ਨਾਲ ਲਿਜਾ ਰਹੇ ਨੇ ਅਤੇ ਉੱਥੇ ਸੈੱਟ ਹੋ ਰਹੇ ਨੇ, ਆਪਣੀਆਂ ਰੂਟਸ ਤੋਂ ਟੁੱਟ ਜਾਣਗੇ। ਇਹ ਜਿਹੜੀ NRIs ਦੀ ਆਉਣ ਵਾਲੇ ਟਾਈਮ ਦੇ ਵਿੱਚ ਕਿਹੋ ਜਿਹੀ ਭੂਮਿਕਾ ਹੋਏਗੀ? ਕੀ ਉਹ ਵਾਪਸ ਰਿਵਰਟ ਬੈਕ ਕਰਨਗੇ ਆਪਣੇ ਹਿੰਦੁਸਤਾਨ ਨੂੰ ਜਾਂ ਆਪਣੇ ਪੰਜਾਬ ਨੂੰ? ਹੁਣ ਦੀ ਜਿਹੜੀ ਭੂਮਿਕਾ ਦੇ ਸੰਦਰਭ ਵਿੱਚ ਤੁਹਾਡੀ ਬਿਲਕੁਲ ਸਹੀ ਗੱਲ ਹੈ, ਕਿਉਂਕਿ ਰੂਟਸ ਨਾਲ ਜੁੜੇ ਹੋਏ ਨੇ। ਹਾਲੇ ਜੋ ਗਏ ਸੀ ਉਹ ਜਵਾਨ ਗਏ ਸੀ ਉਦੋਂ, ਜਦੋਂ ਪੂਰੀ ਤਰ੍ਹਾਂ ਉਹਨਾਂ ਨੂੰ ਪਤਾ ਸੀ ਸਾਰੀ ਗੱਲ ਦਾ ਕਿ ਅਸੀਂ ਕਿਹਨਾਂ ਹਾਲਾਤਾਂ ਦੇ ਵਿੱਚ ਗਏ ਹਾਂ, ਅਤੇ ਅਸੀਂ ਆਪਣਾ ਜਿਹੜਾ ਪੰਜਾਬ ਹੈਗਾ ਉਸ ਦੇ ਨਾਲ ਸਾਡਾ ਪਿਆਰ ਹੈ, ਆਪਣੀ ਮਿੱਟੀ ਨਾਲ ਪਿਆਰ ਹੈ, ਆਪਣੀ ਜ਼ਮੀਨ ਨਾਲ ਪਿਆਰ ਹੈ, ਆਪਣੀ ਬੋਲੀ ਨਾਲ ਪਿਆਰ ਹੈ ਉਹਨਾਂ ਦਾ। ਪਰ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਮੀਡੀਆ ਦੇ, ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਜਾਂ ਉੱਥੇ ਜਿਹੜਾ ਮਲਟੀਕਲਚਰਲ ਜਿਹੜਾ ਇਫੈਕਟ ਹੈਗਾ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਫਸ ਗਿਆ। ਉਹ ਤੋਂ ਇਹ ਐਕਸਪੈਕਟ ਕਰਨਾ, ਉਹ ਤਾਂ ਪੇਰੈਂਟਸ ਨੂੰ ਉੱਥੇ ਲਿਜਾ ਰਹੇ ਆ। ਦੇਖ ਲਓ ਨਾ, ਜਿੰਨੇ ਵੀ ਵਿਦੇਸ਼ਾਂ ਵਿੱਚ ਬੱਚੇ ਵਸ ਰਹੇ ਨੇ ਉਹ ਸਾਰੇ ਦੇ ਸਾਰੇ ਆਪਣੇ ਪੇਰੈਂਟਸ ਨੂੰ ਉੱਥੇ ਲਿਜਾ ਰਹੇ ਨੇ, ਅਤੇ ਪੁਰਾਣੇ ਉਹ ਕਹਿੰਦੇ ਇੱਥੇ ਅਸੀਂ ਆਪਣੀ ਜੱਦੀ ਪੁਸ਼ਤੀ ਜ਼ਮੀਨ ਜਾਇਦਾਦ ਰੱਖ ਕੇ ਕੀ ਕਰਨਾ ਜਦੋਂ ਰਹਿਣਾ ਹੀ ਨਹੀਂ ਇੱਥੇ, ਅਤੇ ਉਹ ਆਪਾਂ ਸੈਟਲ ਹੋ ਜਾਈਏ ਉੱਥੇ, ਪੇਰੈਂਟਸ ਨੂੰ ਵੀ ਉੱਥੇ ਲੈ ਜਾਂਦੇ ਨੇ, ਅਤੇ ਹੌਲੀ ਹੌਲੀ ਫਿਰ ਜਦੋਂ ਜੱਦੀ ਪੁਸ਼ਤੀ ਕੋਈ ਚੀਜ਼ ਰਹਿਣੀ ਹੋਈ ਨਹੀਂ ਅਤੇ ਉਹਦਾ ਜਿਹੜਾ ਪਰਛਾਵਾਂ ਮਨ ਦੇ ਵਿੱਚ ਬਣਿਆ ਹੋਇਆ ਹੈ ਹੌਲੀ ਹੌਲੀ ਉਹ ਵੀ ਅਲੋਪ ਹੋ ਜਾਊਗਾ। ਅਤੇ ਫਿਰ NRIs ਦੀ ਭੂਮਿਕਾ ਦੇ ਵਿੱਚ ਵੀ ਜਿਹੜੀ ਹੈ ਤਬਦੀਲੀ ਆਊਗੀ। ਅੱਜ ਦੇ ਸੰਦਰਭ ਦੇ ਵਿੱਚ NRIs ਦੀ ਭੂਮਿਕਾ ਨੂੰ ਮੈਂ ਬਹੁਤ ਐਪਰੀਸ਼ੀਏਟ ਕਰਦਾ, ਬਹੁਤ ਵਧੀਆ ਜਿਹੜੀ ਹੈਗੀ ਆ ਉਹਨਾਂ ਦੀ ਭੂਮਿਕਾ ਰਹੀ ਹੈ। ਹਰ ਗੱਲ ਦੇ ਵਿੱਚ ਸਪੋਰਟ ਵੀ ਕਰਦੇ ਨੇ, ਉਹ ਦਰਦ ਵੀ ਰੱਖਦੇ ਨੇ, ਪਰ ਕੀ
20-30 ਸਾਲ ਬਾਅਦ ਜਿਹੜੀ ਆ ਹੁਣ ਦੀ ਜਨਰੇਸ਼ਨ ਜਾਂ ਉੱਥੋਂ ਜਿਹੜੇ ਬੱਚੇ ਪੈਦੇ ਹੋਣਗੇ, ਜਿਹੜੀ ਹੁਣ ਦੀ ਜਨਰੇਸ਼ਨ ਗਈ ਹੈ, ਜਿਨ੍ਹਾਂ ਨੇ ਇੱਥੇ ਬਾਰੇ ਪਤਾ ਹੀ ਨਹੀਂ ਹੋਏਗਾ ਬਿਲਕੁਲ ਵੀ, ਉਹਨਾਂ ਦਾ ਕਿਹੋ ਜਿਹਾ ਵਰਤਾਰਾ ਵਰਤਦਾ ਹੈ ਜਾਂ ਸੁਭਾਅ ਬਣਦਾ ਹੈ, ਇਹਦੇ ਬਾਰੇ ਕਹਿਣਾ ਬੜਾ ਮੁਸ਼ਕਲ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨੀ ਡੂੰਘੀ ਅਤੇ ਅਣਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੀ। ਅਤੇ ਇਸ ਗੱਲ ਚਰਚਾ ਦਾ ਜੋ ਨਿਚੋੜ ਹੈ ਉਹ ਇਹੀ ਬਣਦਾ ਹੈ ਕਿ ਹਰ ਮਸਲੇ ਦੇ ਕਈ ਸਾਰੇ ਪਹਿਲੂ ਨੇ ਅਤੇ ਹਰ ਪਹਿਲੂ ਨੂੰ ਹਰ ਐਂਗਲ ਤੋਂ ਦੇਖਣਾ ਬੜਾ ਜ਼ਰੂਰੀ ਹੈ। ਅਗਲੀ ਗੱਲਬਾਤ ਦੇ ਵਿੱਚ ਪੰਜਾਬ ਦੇ ਨਵੇਂ ਮਸਲੇ ਨੂੰ ਲੈ ਕੇ, ਦੇਸ਼ ਦੇ ਨਵੇਂ ਮਸਲੇ ਨੂੰ ਲੈ ਕੇ ਨਵੀਂ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।